ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਚੈਨਲ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜੋ ਅਪਡੇਟ ਆ ਉਹ ਮਿਲਦੀ ਰਹੇ ਜੀ। ਸੱਤਿਆਵਾਦੀ ਰਾਜਾ ਹਰੀ ਚੰਦ ਹੋਇਆ। ਰਾਜਾ ਹਰੀ ਚੰਦ ਰਾਜੇ ਤ੍ਰਿਸ਼ੰਕੂ ਦਾ ਪੁੱਤਰ ਸੀ। ਇਹ ਦਾਨੀ ਅਤੇ ਸੱਤਿਆਵਾਦੀ ਸੀ। ਗੁਰਬਾਣੀ ਵਿੱਚ ਇਉਂ ਆਉਂਦਾ ਹੈ, ਤਿੰਨ ਹਰੀ ਚੰਦ ਪ੍ਰਿਥਵੀ ਪਤ ਰਾਜੇ ਕਾਗਦ ਕੀਮ ਨਾ ਪਾਈ, ਔਗਣ ਜਾਣੇ ਤੈਂ ਪੁੰਨ ਕਰੇ, ਕਉ ਕਉ ਨੇਖਾਂ ਸੀ ਬਿਕਾਈ। ਉਹ ਹਰੀ ਚੰਦ ਧਰਤੀ ਦਾ ਮਾਲਕ ਸੀ। ਉਸਨੇ ਬਹੁਤ ਪੁੰਨ ਕੀਤੇ। ਉਹ ਪੁੰਨ ਕਾਗਜ਼ਾਂ ਉੱਪਰ ਲਿਖੇ ਨਹੀਂ ਜਾ ਸਕਦੇ ਜਿੰਨੇ ਉਸਨੇ ਪੁੰਨ ਕੀਤੇ ਸੀ। ਜੇ ਪੁੰਨ ਕਰਨਾ ਬੁਰਾ ਹੈ ਤਾਂ ਉਸਨੇ ਕਿਉਂ ਪੁੰਨ ਕਰਨੇ ਸਨ? ਪੁੰਨ ਬਦਲੇ ਹੀ ਬਾਜ਼ਾਰ ਵਿੱਚ ਵੀ ਵਿਕਿਆ। ਐਸੇ ਪੁੰਨੀ ਤੇ ਧਰਮਾਤਮਾ ਰਾਜੇ ਦੀ ਕਥਾ ਇੱਕ ਚਿੱਤ ਹੋ ਕੇ ਜ਼ਰੂਰ ਸੁਣੋ। ਇੰਦਰ ਦੀ ਈਰਖਾ ਜਦੋਂ ਹੋਈ ਉਸ ਨਾਲ, ਇੱਕ ਦਿਨ ਨਾਰਦ ਮੁਨੀ ਫਿਰਦਾ ਫਿਰਾਂਦਾ ਇੰਦਰ ਲੋਕ ਵਿੱਚ ਚਲਿਆ ਗਿਆ। ਇੰਦਰ ਨੇ ਉਸ ਦਾ ਬੜਾ ਸਤਿਕਾਰ ਕੀਤਾ। ਆਸਨ ਲਾਗੇ ਬਿਠਾ ਕੇ ਮਾਤ ਲੋਕ ਦੀਆਂ ਗੱਲਾਂ ਪੁੱਛਣੀਆਂ ਸ਼ੁਰੂ ਕਰ ਦਿੱਤੀਆਂ। ਬਹੁਤ ਸਾਰੀਆਂ ਗੱਲਾਂ ਦੇ ਪਿੱਛੋਂ ਰਾਜੇ ਹਰੀ ਚੰਦ ਦੀ ਚਰਚਾ ਸ਼ੁਰੂ ਹੋ ਗਈ। ਨਾਰਦ ਬੋਲਿਆ, ਰਾਜਾ ਹਰੀ ਚੰਦ ਚੱਕਰਵਰਤੀ ਤੇ ਪ੍ਰਤਾਪੀ ਰਾਜਾ ਹੈ, ਪਰ ਵੱਡੀ ਗੱਲ ਇਹ ਹੈ ਕਿ ਉਸ ਦੇ ਨਾਲ ਦਾ ਦਾਨੀ ਕੋਈ ਨਹੀਂ। ਉਸ ਦੇ ਦਰ 'ਤੇ ਜੋ ਕੁਛ ਜਾ ਕੇ ਮੰਗੋ ਉਹ ਖਿੜੇ ਮੱਥੇ ਦਾਨ ਕਰਦਾ ਹੈ। ਤਿੰਨਾਂ ਲੋਕਾਂ ਵਿੱਚ ਉਸ ਦਾ ਨਾਮ ਹੀ ਸੱਤਿਆਵਾਦੀ ਰਾਜਾ ਪੈ ਗਿਆ। ਉਹ ਝੂਠ ਨਹੀਂ ਬੋਲਦਾ। ਇੰਦਰ ਮੁਨੀ ਦੀ ਇਹ ਮੰਨਣ ਵਾਲੀ ਗੱਲ ਨਹੀਂ। ਇੰਦਰ ਬੋਲਿਆ ਕਿ ਮੁਨੀ ਜੀ, ਇਹ ਮੰਨਣ ਵਾਲੀ ਗੱਲ ਹੀ ਨਹੀਂ। ਇੱਕ ਮਾਤ ਲੋਕ ਦਾ ਪੁਰਸ਼ ਸੱਤਿਆਵਾਦੀ ਨਹੀਂ ਹੋ ਸਕਦਾ। ਐਸਾ ਪ੍ਰਤੀਤ ਹੁੰਦਾ ਹੈ ਕਿ ਅੱਜ ਤੱਕ ਕਿਸੇ ਨੇ ਉਸ ਦੀ ਪ੍ਰੀਖਿਆ ਨਹੀਂ ਕੀਤੀ। ਅਤੇ ਹੁਣ ਇੰਦਰ ਆਖਿਆ ਕਿ ਮੈਂ ਇਸ ਗੱਲ ਨੂੰ ਮੰਨਦਾ ਹੀ ਨਹੀਂ ਕਿ ਉਹ ਸੱਤਿਆਵਾਦੀ ਆ। ਨਾਰਦ ਨੂੰ ਇਹ ਪਤਾ ਸੀ ਕਿ ਰਾਜੇ ਹਰੀ ਚੰਦ ਦਾ ਪੁੰਨ ਦਾਨ ਅਤੇ ਸੱਤ ਦੇਖ ਕੇ ਇੰਦਰ ਈਰਖਾ ਕਰਦਾ ਹੈ। ਉਸ ਨੂੰ ਸ਼ੱਕ ਹੈ ਕਿ ਰਾਜਾ ਹਰੀ ਚੰਦ ਸੱਤ ਤੇ ਪੁੰਨ ਦੇ ਬਲ ਨਾਲ ਉਸ ਦਾ ਰਾਜ ਨਾ ਖੋਹ ਲਵੇ। ਨਾਰਦ ਨੇ ਰਾਜੇ ਹਰੀ ਚੰਦ ਦੀ ਸਗੋਂ ਬਹੁਤੀ ਵਡਿਆਈ ਕੀਤੀ। ਨਾਰਦ ਨੇ ਦੱਸਿਆ ਕਿ ਉਸ ਵਰਗਾ ਸੱਤਿਆਵਾਦੀ ਕੋਈ ਦੇਵਤਾ ਵੀ ਨਹੀਂ। ਕਿਸੇ ਨਾ ਕਿਸੇ ਵਿੱਚ ਜ਼ਰੂਰ ਕੋਈ ਕਮੀ ਹੈ, ਪਰ ਉਹ ਸਰਬ ਕਲਾ ਸੰਪੂਰਨ ਰਾਜਾ ਹੈ। ਉਸ ਦੇ ਤੁੱਲ ਕੋਈ ਨਹੀਂ। ਧਰਮੀ, ਦਾਨੀ, ਪੁਣੀ, ਦਿਨੇ ਦਿਆਵਾਨ, ਬਚਨ ਦਾ ਪੂਰਾ ਤੇ ਕਰਮ ਦਾ ਸੂਰਾ ਹੈ। ਨਾਰਦ ਦੀ ਜ਼ੁਬਾਨੋਂ ਰਾਜੇ ਹਰੀ ਚੰਦ ਦੀ ਸੋਭਾ ਸੁਣ ਕੇ ਇੰਦਰ ਸੜ ਬਲ ਕੇ ਕੋਲਾ ਹੋ ਗਿਆ। ਸੰਗਤ ਜੀ, ਉਸਨੇ ਮਨ ਹੀ ਮਨ ਤਾਹੀਂ ਤੈਅ ਕਰ ਲਿਆ ਕਿ ਉਹ ਹਰੀ ਚੰਦ ਨੂੰ ਖਰਾਬ ਕਰੇਗਾ, ਉਸ ਦਾ ਸੱਤ ਤੋੜੇਗਾ, ਉਸ ਨੂੰ ਪੂਰਨ ਸੱਤਿਆਵਾਦੀ ਬਣਨ ਦਾ ਮਾਣ ਪ੍ਰਾਪਤ ਨਹੀਂ ਹੋਣ ਦੇਵੇਗਾ। ਨਾਰਦ ਚਲਿਆ ਗਿਆ। ਨਾਰਦ ਅਜੇ ਦੂਰ ਨਹੀਂ ਸੀ ਗਿਆ ਕਿ ਵਿਸ਼ਵਾਮਿੱਤਰ ਜੀ ਆ ਪੁੱਜੇ। ਵਿਸ਼ਵਾਮਿੱਤਰ ਦਾ ਸੁਭਾਅ ਬੜਾ ਕਾਹਲਾ ਅਤੇ ਕ੍ਰੋਧੀ ਸੀ। ਵਿਸ਼ਵਾਮਿੱਤਰ ਨੇ ਇੰਦਰ ਦੇ ਚਿਹਰੇ ਵੱਲ ਵੇਖ ਕੇ ਪੁੱਛਿਆ, ਹੇ ਦੇਵੇਂਦਰ, ਅੱਜ ਅੱਖਾਂ ਲਾਲ ਕਿਉਂ ਹਨ? ਮੱਥੇ ਉੱਤੇ ਪਾਈਆਂ ਤਿਉੜੀਆਂ ਦੱਸਦੀਆਂ ਹਨ ਕਿ ਅੱਜ ਕਾਲ ਨੇੜੇ ਆਇਆ ਹੈ। ਤਨ ਭਾਰੇ ਵਾਂਗ ਕੰਬ ਰਿਹਾ ਹੈ। ਇਹ ਕੀ ਕਾਰਨ ਹੈ? ਇੰਦਰ ਨੇ ਆਖਿਆ, ਮੁਨੀਰਾਜ, ਕੀ ਦੱਸਾਂ? ਹਰੀ ਚੰਦ ਦੀ ਚਰਚਾ ਨੇ ਮੈਨੂੰ ਬਹੁਤ ਤੰਗ ਕੀਤਾ ਹੈ। ਸੱਤਿਆਵਾਦੀ ਤੇ ਪੁੰਨ ਕਰਨ ਵਾਲਾ ਹੋਣ ਕਰਕੇ ਤੀਨ ਲੋਕ ਵਿੱਚ ਉਸ ਦੀ ਚਰਚਾ ਹੋ ਰਹੀ ਹੈ। ਹੁਣੇ ਨਾਰਦ ਜੀ ਇੱਥੋਂ ਗਏ ਹਨ। ਉਹ ਉਹਨਾਂ ਦੀ ਬਹੁਤ ਵਡਿਆਈ ਤੇ ਉਸਤਤ ਕਰਦੇ ਗਏ ਹਨ। ਮੈਨੂੰ ਇਹ ਗੱਲਾਂ ਨਹੀਂ ਭਾਉਂਦੀਆਂ। ਉਹ ਅੱਜ ਮੇਰਾ ਸ਼ਰੀਕ ਬਣ ਰਿਹਾ ਹੈ, ਕੱਲ੍ਹ ਨੂੰ ਸ਼ਾਇਦ ਮੈਥੋਂ ਰਾਜ ਵੀ ਖੋਹ ਲਵੇ। ਇਸ ਵਾਸਤੇ ਮੈਂ ਸੋਚ ਰਿਹਾ ਹਾਂ ਕਿ ਉਸ ਦੀ ਪ੍ਰੀਖਿਆ ਕਿਵੇਂ ਕੀਤੀ ਜਾਵੇ। ਵਿਸ਼ਵਾਮਿੱਤਰ ਬੋਲਿਆ, ਚਿੰਤਾ ਛੱਡੋ, ਇਹ ਤਾਂ ਮਾਮੂਲੀ ਗੱਲ ਹੈ। ਮੈਂ ਹੀ ਉਸ ਦੀ ਪ੍ਰੀਖਿਆ ਕਰ ਲੈਂਦਾ ਹਾਂ। ਖੁਸ਼ੀਆਂ ਮਨਾਓ, ਰਾਗ ਰੰਗ ਕਰੋ। ਮਾਤ ਲੋਕ ਦੇ ਜੀਵਾਂ ਦਾ ਕੀ ਹਾਲ ਹੈ? ਜਿਵੇਂ ਚਾਹੀਏ ਤਿਵੇਂ ਨਚਾ ਦਈਏ। ਹਰੀ ਚੰਦ ਦੀ ਪ੍ਰੀਖਿਆ ਕਰਨ ਦਾ ਬੀੜਾ ਵਿਸ਼ਵਾਮਿੱਤਰ ਨੇ ਚੁੱਕ ਲਿਆ। ਕਾਫੀ ਸਮਾਂ ਇਕੱਠੇ ਬੈਠਣ ਪਿੱਛੋਂ ਦੋਵੇਂ ਵਿਛੜੇ। ਵਿਸ਼ਵਾਮਿੱਤਰ ਸਿੱਧਾ ਰਾਜੇ ਹਰੀ ਚੰਦ ਦੀ ਨਗਰੀ ਵੱਲ ਆ ਗਿਆ। ਹੁਣ ਜਦੋਂ
ਇੰਦਰ ਨੇ ਵਿਸ਼ਵਾਮਿੱਤਰ ਨਾਲ ਗੱਲ ਕੀਤੀ ਤਾਂ ਵਿਸ਼ਵਾਮਿੱਤਰ ਨੇ ਬ੍ਰਾਹਮਣ ਦਾ ਰੂਪ ਧਾਰ ਕੇ ਤੇ ਰਾਜੇ ਹਰੀ ਚੰਦ ਦਾ ਪ੍ਰੀਖਿਆ ਲੈਣੀ ਚਾਹੀ। ਇੱਕ ਵੇਦਾਚਾਰੀਆ ਤੇ ਸਵਰਨ ਕੁੱਲ ਬ੍ਰਾਹਮਣ ਦਾ ਰੂਪ ਧਾਰ ਕੇ ਰਾਜੇ ਹਰੀ ਚੰਦ ਦੇ ਮਹਿਲਾਂ ਵਿੱਚ ਵਿਸ਼ਵਾਮਿੱਤਰ ਗਿਆ। ਸਿੰਘ ਭੋੜ ਤੇ ਦਵਾਰਪਾਲ ਨੂੰ ਜਾ ਮਿਲਿਆ। ਉਸ ਨੇ ਦਵਾਰਪਾਲ ਨੂੰ ਕਿਹਾ ਕਿ ਰਾਜੇ ਨੂੰ ਜਾ ਕੇ ਕਹੋ ਇੱਕ ਬ੍ਰਾਹਮਣ ਮਿਲਣ ਵਾਸਤੇ ਆਇਆ ਹੈ। ਦਵਾਰਪਾਲ ਨੇ ਜਾ ਸੁਨੇਹਾ ਦਿੱਤਾ। ਸਤਿਆਵਾਦੀ ਰਾਜਾ ਹਰੀ ਚੰਦ ਬ੍ਰਾਹਮਣ ਨੂੰ ਆਪ ਲੈਣ ਵਾਸਤੇ ਅੱਗੋਂ ਆਇਆ। ਅੱਗੇ ਹੋ ਕੇ ਪ੍ਰਣਾਮ ਕੀਤਾ, ਆਦਰ ਨਾਲ ਅੰਦਰ ਲੈ ਗਏ। ਉੱਚੇ ਤੇ ਸੁੰਦਰ ਸਿੰਘਾਸਣ ਉੱਤੇ ਬਿਠਾ ਕੇ ਚਰਨ ਧੋਤੇ, ਚਰਨਾਮ੍ਰਿਤ ਪੀਤਾ ਤੇ ਬੇਨਤੀ ਕੀਤੀ, ਹੇ ਮੁਨੀਸ਼ਵਰ ਹੁਕਮ ਕਰੋ, ਮੈਂ ਆਪ ਜੀ ਦੀ ਕੀ ਸੇਵਾ ਕਰ ਸਕਦਾ। ਕਿਉਂਕਿ ਸੰਗਤ ਜੀ ਜਿਹੜੇ ਇੱਦਾਂ ਦੇ ਬਿਰਤੀ ਵਾਲੇ ਇਨਸਾਨ ਹੁੰਦੇ ਆ ਨਾ, ਉਹ ਚਾਹੇ ਮੁਨੀ ਆ ਜੇ, ਚਾਹੇ ਰਾਖਸ਼ ਆ ਜੇ, ਚਾਹੇ ਦੇਵਤਾ ਆ ਜੇ, ਕੋਈ ਵੀ ਉਸ ਨੂੰ ਜਿਹੜਾ ਅੰਦਰ ਸੱਚਾ ਉਹਦਾ ਬਾਹਰ ਵੀ ਸੱਚਾ। ਤੇ ਕਹਿੰਦੇ ਕਿ ਮੇਰੇ ਧੰਨ ਭਾਗ ਹਨ ਜੋ ਆਪ ਨੇ ਚਰਨ ਪਾ ਕੇ ਮੇਰੇ ਘਰ ਨੂੰ ਪਵਿੱਤਰ ਕੀਤਾ। ਰਾਜਾ ਹਰੀ ਚੰਦ ਵਿਸ਼ਵਾਮਿੱਤਰ ਨੂੰ ਆਖਣ ਲੱਗਾ ਤੇ ਮੁਨੀ ਜਿਹੜੇ ਸੀਗੇ ਮੁਨੀਸ਼ਵਰ ਵਿਸ਼ਵਾਮਿੱਤਰ ਜੀ ਦਾ ਰੂਪ ਧਾਰ ਕੇ ਆਇਆ ਹੋਇਆ ਸੀਗਾ, ਉਹ ਕੀ ਬੋਲੇ, ਹੇ ਰਾਜਨ ਹਰੀ ਚੰਦ, ਮੈਂ ਸੁਣਿਆ ਹੈ ਆਪ ਸਤਿਆਵਾਦੀ ਤੇ ਪੁੰਨ ਦਾਨ ਕਰਨ ਵਾਲੇ ਰਾਜੇ ਹੋ। ਮੇਰੀ ਤੀਬਰ ਇੱਛਾ ਹੈ ਕਿ ਮੈਂ 2-4 ਮਹੀਨੇ ਰਾਜ ਕਰਾਂ। ਕੀ ਆਪ ਮੈਨੂੰ ਰਾਜਦਾਨ ਕਰ ਸਕਦੇ ਹੋ? ਬ੍ਰਾਹਮਣ ਰੂਪ ਵਿਸ਼ਵਾਮਿੱਤਰ ਦਾ ਇਹ ਬਚਨ ਸੁਣ ਕੇ ਰਾਜਾ ਹਰੀ ਚੰਦ ਨੂੰ ਖੁਸ਼ੀਆਂ ਚੜ੍ਹ ਗਈਆਂ। ਉਸ ਨੇ ਆਨੰਦ ਨਾਲ ਮੁਸਕਰਾਉਂਦਿਆਂ ਹੋਇਆ ਆਖਿਆ, ਮੈਂ ਸਾਰਾ ਰਾਜ ਦਾਨ ਕੀਤਾ। ਉਸ ਨੇ ਸਾਰਾ ਰਾਜ ਹੀ ਦਾਨ ਕਰ ਦਿੱਤਾ। ਜਦੋਂ ਰਾਜੇ ਨੇ ਰਾਜ ਦਾਨ ਕਰ ਦਿੱਤਾ ਤਾਂ ਬ੍ਰਾਹਮਣ ਬੋਲਿਆ, ਰਾਜ ਤੇ ਦਾਨ ਕਰ ਦਿੱਤਾ ਜੇ ਤੇ ਮੇਰੀ ਦਕਸ਼ਣਾ ਇਹ 1000 ਮੋਹਰ ਮੈਂ ਹੁਣੇ ਖਜ਼ਾਨੇ ਵਿੱਚੋਂ ਲਿਆ ਦੇ ਦਿੰਦਾ। ਰਾਜੇ ਹਰੀ ਚੰਦ ਦੀ ਇਹ ਗੱਲ ਸੁਣ ਕੇ ਬ੍ਰਾਹਮਣ ਹੱਸ ਪਿਆ। ਹੱਸਣ ਪਿੱਛੋਂ ਕ੍ਰੋਧਵਾਨ ਹੋ ਕੇ ਬੋਲਿਆ, ਹਰੀ ਚੰਦ, ਇਹ ਪਖੰਡ ਨਹੀਂ। ਜਦੋਂ ਰਾਜਦਾਨ ਕਰ ਚੁੱਕਾ ਹੈ ਤਾਂ ਕੀ ਖਜ਼ਾਨਾ ਰਾਜ ਦੇ ਨਾਲ ਨਹੀਂ? ਆਪ ਰਾਜ ਦੇ ਖਜ਼ਾਨੇ ਜਾਂ ਰਾਜ ਦੀ ਕੋਈ ਵਸਤੂ ਵੇਚ ਕੇ ਦਕਸ਼ਣਾ ਨਹੀਂ ਦੇ ਸਕਦੇ। ਤੇ ਅੱਗੋਂ ਰਾਜਾ ਹਰੀ ਚੰਦ ਬੋਲਿਆ, ਮੈਂ ਭੁੱਲ ਗਿਆ ਸੀ, ਮਹਾਰਾਜ ਖੇਮਾ ਕਰੋ, 1 ਮਹੀਨੇ ਦੀ ਮੋਹਲਤ ਦਿਓ, ਮੈਂ ਆਪ ਨੂੰ ਦਕਸ਼ਣਾ ਦੇ ਦੇਵਾਂਗਾ। ਹਰੀ ਚੰਦ ਰਾਜੇ ਨੇ ਬਹੁਤ ਹਲੀਮੀ ਨਾਲ ਬੇਨਤੀ ਕੀਤੀ, ਬਹੁਤ ਅੱਛਾ, ਮਹੀਨੇ ਨੂੰ ਮੇਰੀ ਦਕਸ਼ਣਾ ਜ਼ਰੂਰ ਦਿੱਤੀ ਜਾਵੇ। ਇਹ ਵਿਸ਼ਵਾਮਿੱਤਰ ਨੇ ਆਖਿਆ, ਨਾ ਦਕਸ਼ਣਾ ਮਿਲੀ ਤਾਂ ਮੈਂ ਬਦਨਾਮ ਕਰਾਂਗਾ। ਹਰੀ ਚੰਦ ਸਤਿਆਵਾਦੀ ਨਹੀਂ ਸਗੋਂ ਝੂਠਾ ਹੈ। ਬ੍ਰਾਹਮਣ ਨੇ ਕ੍ਰੋਧਵਾਨ ਹੋ ਕੇ ਆਖਿਆ, ਕੱਲ੍ਹ ਹੀ ਆਪ ਮੇਰੇ ਰਾਜ ਵਿੱਚੋਂ ਬਾਹਰ ਨਿਕਲ ਜਾਈਏ। ਹੁਣ ਜਦੋਂ ਰਾਜੇ ਹਰੀ ਚੰਦ ਨੂੰ ਉਸਨੇ ਬਾਹਰ ਦੇਸ਼ ਨਿਕਾਲਾ ਦੇ ਦਿੱਤਾ, ਰਾਜਾ ਹਰੀ ਚੰਦ ਰਾਣੀ ਤੇ ਲੜਕੇ ਸਮੇਤ ਸ਼ਹਿਰੋਂ ਨਿਕਲ ਪਿਆ। ਸ਼ਹਿਰ ਵਾਸੀਆਂ ਨੂੰ ਪਤਾ ਲੱਗਾ ਕਿ ਰਾਜੇ ਹਰੀ ਚੰਦ ਨੇ ਰਾਜ ਭਾਗ ਇੱਕ ਬ੍ਰਾਹਮਣ ਨੂੰ ਦਾਨ ਕਰ ਦਿੱਤਾ ਹੈ। ਰਾਜਾ ਹਰੀ ਚੰਦ ਆਪਣੇ ਪੁੱਤਰ ਰਾਣੀ ਸਮੇਤ ਸ਼ਹਿਰ ਛੱਡ ਕੇ ਰਾਜ ਹੱਦ ਤੋਂ ਬਾਹਰ ਆ ਰਹੇ ਸਨ। ਲੋਕ ਇਕੱਠੇ ਹੋ ਕੇ ਆਏ। ਰਾਜੇ ਇੱਕ ਧੋਤੀ ਪਹਿਨੀ, ਪੈਰਾਂ ਤੇ ਸਿਰ ਤੋਂ ਨੰਗਾ, ਇਹੋ ਹਾਲ ਬੱਚੇ ਤੇ ਰਾਣੀ ਦਾ ਸੀ। ਸ਼ਹਿਰੋਂ ਬਾਹਰ ਨਿਕਲਦੇ ਲੋਕ ਰੋ ਰਹੇ ਸਨ। ਉਹਨਾਂ ਵਿੱਚੋਂ ਕਈਆਂ ਨੇ ਤਰਲੇ ਕੀਤੇ, ਮਹਾਰਾਜ ਅਸਾਂ ਨੂੰ ਛੱਡ ਕੇ ਨਾ ਜਾਵੋ, ਅਸਾਂ ਕੀ ਕਰਾਂਗੇ। ਰਾਜੇ ਨੇ ਸਭ ਨੂੰ ਧੀਰਜ ਦਿੱਤੀ ਤੇ ਆਖਿਆ, ਪਰਮਾਤਮਾ ਦੇ ਹੁਕਮ ਦੀ ਉਲੰਘਣਾ ਨਹੀਂ ਕਰ ਸਕਦਾ। ਜੋ ਭਾਣਾ ਵਰਤੇ ਸਿਰ ਮੱਥੇ ਉੱਤੇ ਮੰਨਣਾ ਪੈਂਦਾ ਹੈ। ਸ਼ਾਂਤ ਚਿੱਤ ਰਹੋ। ਪਰਮਾਤਮਾ ਦਾ ਹੁਕਮ ਹੋਇਆ ਤਾਂ ਛੇਤੀ ਹੀ ਵਾਪਸ ਨਗਰੀ ਵਿੱਚ ਆਵਾਂਗਾ। ਸੱਤ ਨੂੰ ਹੱਥੋਂ ਨਹੀਂ ਗਵਾਉਣਾ ਚਾਹੀਦਾ। ਪਰਜਾ ਰੋਂਦੀ ਰਹੀ, ਪਿੱਛੇ ਖਲੋ ਗਈ। ਸਾਧੂਆਂ ਤੇ ਕੰਗਾਲਾਂ ਦੀ ਨਿਆਈ ਤਿੰਨੇ ਸ਼ਹਿਰ ਦੀ ਹੱਦ ਤੋਂ ਬਾਹਰ ਹੋ ਗਏ। ਢਿੱਡੋਂ ਭੁੱਖੇ ਸਨ, ਹੌਲੀ ਹੌਲੀ ਤੁਰੇ ਗਏ। ਉਹਨਾਂ ਨੂੰ ਹੁਕਮ ਸੀ ਕਿ ਰਾਜ ਦੀ ਹੱਦ ਤੋਂ ਬਾਹਰ ਹੋ ਕੇ ਪੈਸਾ ਕਮਾਉਣਾ ਤੇ ਬ੍ਰਾਹਮਣ ਨੂੰ ਦਕਸ਼ਣਾ ਦੇਣੀ। ਉਹ ਕਾਸ਼ੀ ਸ਼ਹਿਰ ਵੱਲ ਤੁਰ ਪਏ। ਰਸਤੇ 'ਚ ਭੁੱਖ ਲੱਗੀ। ਜਨਮ ਤੋਂ ਰਾਜੇ ਸਨ, ਨਾ ਮੰਗਣ ਦੀ ਜਾਚ ਸੀ ਤੇ ਨਾ ਇੰਨਾ ਪਤਾ ਸੀ ਕਿ ਖਾਣ ਵਾਲੀਆਂ ਚੀਜ਼ਾਂ ਕਿੱਥੋਂ ਤੇ ਕਿਸ ਤਰ੍ਹਾਂ ਮਿਲਦੀਆਂ ਹਨ। ਦੂਜਾ, ਵਿਸ਼ਵਾਮਿੱਤਰ ਇੰਦਰ ਦਾ ਇਕੱਠਾ ਵੈਰ ਇੱਕ ਮਾਰੂ ਹਥਿਆਰ ਸੀ। ਜਿਸ ਚੀਜ਼ ਨੂੰ ਹੱਥ ਪਾਉਂਦੇ ਸਨ ਉਹ ਹੀ ਮਿੱਟੀ ਤੇ ਸੜੀ ਹੋਈ ਹੋ ਜਾਂਦੀ ਸੀ। ਜੰਗਲ ਵਿੱਚੋਂ ਫਲ ਤੋੜੇ, ਉਹਨਾਂ ਨੂੰ ਖਾ ਕੇ ਪੇਟ ਭਰਿਆ। ਵਕਤ ਪੈਣ 'ਤੇ ਮਾੜੀਆਂ ਚੀਜ਼ਾਂ ਵੀ ਚੰਗੀਆਂ ਲੱਗਦੀਆਂ ਹਨ। ਵਿਪਤਾ ਦੇ ਦਿਨ ਹੌਸਲੇ ਨਾਲ ਹੀ ਕੱਟੇ ਜਾਂਦੇ ਹਨ। ਜੇ ਦਿਲ ਛੱਡਿਆ ਜਾਵੇ ਤਾਂ ਦੁੱਖਾਂ ਦੇ ਦਿਹਾੜੇ ਭਾਰੂ ਹੋ ਜਾਂਦੇ ਹਨ। ਕਾਸ਼ੀ ਪੁੱਜਣ ਤੋਂ ਪਹਿਲਾਂ ਚੂਨੇ ਦੀ ਭੱਠੀ ਉੱਤੇ ਰਾਜੇ ਨੂੰ ਕੰਮ ਕਰਨਾ ਪਿਆ। ਜੋ ਮਜ਼ਦੂਰੀ
ਮਿਲਦੀ ਉਸ ਨਾਲ ਮਸਾਂ ਗੁਜ਼ਾਰਾ ਹੁੰਦਾ। ਉਹਨਾਂ ਨੂੰ ਵੱਡੀ ਚਿੰਤਾ ਇਹੀ ਸੀ ਕਿ ਦਛਣਾ ਦੇ ਕਰਜ਼ੇ ਨੂੰ ਕਿੱਦਾਂ ਲਾਹਿਆ ਜਾਵੇ। ਉਹਨਾਂ ਸੋਚਿਆ ਕਿ ਮਜ਼ਦੂਰੀ ਕਰਕੇ ਕਰਜ਼ਾ ਨਹੀਂ ਲਾਹ ਸਕਦੇ। ਮਜ਼ਦੂਰੀ ਕਰਨੀ ਛੱਡ ਦਿੱਤੀ ਤੇ ਕਾਸ਼ੀ ਵਿੱਚ ਪੁੱਜ ਗਏ। ਕਾਸ਼ੀ ਪਰਮਾਤਮਾ ਦੀ ਨਗਰੀ ਗਿਣੀ ਜਾਂਦੀ ਸੀ। ਸ਼ਿਵਜੀ ਮਹਾਰਾਜ ਦਾ ਇਹ ਘਰ ਗਿਣਿਆ ਜਾਂਦਾ ਸੀ। ਹੈ ਹੁਣ ਵੀ। ਉਸ ਨਗਰੀ ਵਿੱਚ ਆਖਦੇ ਹਨ ਸ਼ਾਂਤੀ ਤੇ ਸੁੱਖ ਕਦੀ ਹੁੰਦਾ ਸੀ। ਉਹ ਵਿੱਦਿਆ ਪੜ੍ਹਾਉਣ ਦਾ ਕੇਂਦਰ ਸੀ। ਕਾਸ਼ੀ ਵਿੱਚ ਹਰੀ ਚੰਦ ਨੇ ਆਪਣੇ ਆਪ ਨੂੰ ਵੇਚ ਦਿੱਤਾ ਜੀ। ਕਾਸ਼ੀ ਵਿੱਚ ਵੜਦਿਆਂ ਹੀ ਰਾਜੇ ਹਰੀ ਚੰਦ ਦੇ ਮੱਥੇ ਬ੍ਰਾਹਮਣ ਰੂਪ ਵਿਸ਼ਵਾਮਿੱਤਰ ਫੇਰ ਲੱਗ ਗਿਆ। ਉਸ ਨੇ ਕੜਕ ਕੇ ਕਿਹਾ, ਕਿਉਂ ਹਰੀ ਚੰਦ, ਮੇਰਾ ਕਰਜ਼ਾ ਕਿੱਥੇ ਹੈ? ਅੱਜ 15 ਦਿਨ ਹੋ ਗਏ ਹਨ। ਜੇ ਕਰਜ਼ਾ ਨਾ ਦਿੱਤਾ ਗਿਆ ਤਾਂ ਮੈਂ ਆਖਾਂਗਾ ਹਰੀ ਚੰਦ ਝੂਠਾ ਹੈ। ਹਰੀ ਚੰਦ ਨੇ ਨਿਮਰਤਾ ਨਾਲ ਉੱਤਰ ਦਿੱਤਾ, ਮਹਾਰਾਜ, ਮਹੀਨਾ ਪੂਰਾ ਹੋਣ ਤੋਂ ਪਹਿਲਾਂ ਪਹਿਲਾਂ ਮੈਂ ਜ਼ਰੂਰ ਕਰਜ਼ਾ ਉਤਾਰ ਦੇਵਾਂਗਾ। ਮੈਂ ਬਚਣ ਤੋਂ ਨਹੀਂ ਫਿਰਨ ਲੱਗਾ। ਹਰੀ ਚੰਦ ਝੂਠ ਨਹੀਂ ਆਖਦਾ, ਭਾਵੇਂ ਜਾਨ ਚਲੀ ਜਾਵੇ, ਆਪ ਵਿਕ ਜਾਵੇ, ਰਾਣੀ ਨੂੰ ਵੇਚੇ, ਪਰ ਹਰੀ ਚੰਦ ਬਚਨ ਪੂਰਾ ਕਰੇਗਾ। ਮਹੋਲਤ ਤੋਂ ਪਹਿਲਾਂ ਤੰਗ ਕਰਕੇ ਜੀ ਨੂੰ ਨਾ ਸਾੜੋ, ਕਰਜ਼ਾ ਮਿਲੇਗਾ, ਜ਼ਰੂਰ ਮਿਲੇਗਾ। ਬਨਾਰਸ ਦੇ ਗਲੀ ਬਾਜ਼ਾਰਾਂ ਵਿੱਚ ਵਿਕਣ ਵਾਸਤੇ ਤਿੰਨੇ ਫਿਰਨ ਲੱਗੇ। ਫਿਰਦੇ ਹੋਏ ਹੋਕਾ ਦਿੰਦੇ ਸਨ, ਕੋਈ ਖਰੀਦ ਲਵੋ, ਅਸੀਂ ਵਿਕਣ ਨੂੰ ਤਿਆਰ ਹਾਂ। ਇਸ ਤਰ੍ਹਾਂ ਹੋਕਾ ਦਿੰਦਿਆਂ ਨੂੰ 10 ਦਿਨ ਲੰਘ ਗਏ, ਪਰ ਕਿਸੇ ਨੇ ਵੀ ਤਿੰਨਾਂ ਵਿੱਚੋਂ ਕਿਸੇ ਨੂੰ ਨਾ ਖਰੀਦਿਆ। ਲੋਕ ਸਗੋਂ ਇਕੱਠੇ ਹੋ ਕੇ ਹਾਸੀ ਕਰਦੇ, ਕੁਝ ਸਮਝਦਾਰ ਵਿਚਾਰਾਂ ਵਿੱਚ ਗੁੰਮ ਹੋ ਜਾਂਦੇ। ਉਹ ਸੋਚਦੇ, ਇਹ ਕਿਉਂ ਵਿਕਦੇ ਹਨ? ਇਹਨਾਂ ਨੂੰ ਕੀ ਦੁੱਖ ਹੈ? ਇਹ ਕੌਣ ਹਨ? ਪਰ ਇਹਨਾਂ ਪੁੱਛਾਂ ਦਾ ਉੱਤਰ ਕੋਈ ਨਹੀਂ ਸੀ ਦਿੰਦਾ। ਇੱਕ ਸਿਆਣਾ ਪੰਡਤ ਬਾਜ਼ਾਰ ਵਿੱਚ ਮਿਲ ਪਿਆ। ਉਹ ਉਸ ਦੇ ਨਾਲ ਵਿਦਿਆਰਥੀ ਸਨ। ਉਸ ਨੂੰ ਤਰਸ ਆਇਆ ਤੇ ਉਸਨੇ ਹਰੀ ਚੰਦ ਨੂੰ ਆਖਿਆ, ਜਿੰਨੇ ਰੁਪਈਏ ਦੀ ਲੋੜ ਹੈ ਉਹਨੇ ਮੈਂ ਦੇ ਦਿੰਦਾ ਹਾਂ, ਆਪਣਾ ਕੰਮ ਸਾਰ ਲਵੋ। ਪਰ ਹੁਣ ਰਾਜਾ ਹਰੀ ਚੰਦ ਜਿਹੜਾ ਸੱਤਿਆਵਾਦੀ ਪੁਰਸ਼ ਸੀ, ਉਹਨੇ ਆਖਿਆ ਕਿ ਮੈਂ ਦਾਨ ਨਹੀਂ ਲੈਣਾ, ਸਹਾਇਤਾ ਕਰਦੇ ਜੇ ਤਾਂ ਮੈਨੂੰ ਖਰੀਦ ਲਵੋ। ਰਾਜੇ ਦੀ ਇਹ ਗੱਲ ਪੂਰੀ ਨਹੀਂ ਸੀ ਹੋਈ ਕਿ ਉਸ ਦੀ ਇਸਤਰੀ ਬੋਲ ਪਈ। ਇਸਤਰੀ ਦੇ ਹੁੰਦਿਆਂ ਮਰਦ ਪਹਿਲਾਂ ਨਹੀਂ ਵੇਖ ਸਕਦਾ, ਕਿਉਂਕਿ ਇਸਤਰੀ ਪੁਰਸ਼ ਦਾ ਧਨ ਹੈ। ਲੋੜ ਵੇਲੇ ਧਨ ਕੰਮ ਆਉਂਦਾ ਹੈ। ਪੰਡਤ ਨੂੰ ਸੰਬੋਧਨ ਕਰਕੇ, ਪੰਡਤ ਜੀ, ਆਪ ਮੈਨੂੰ ਖਰੀਦ ਲਵੋ, ਘਰ ਦੇ ਸਾਰੇ ਕੰਮ ਕਰਾਂਗੀ। ਸਿਰਫ 2 ਸ਼ਰਤਾਂ ਹਨ, ਇੱਕ ਇਹ ਕਿ ਪਰਾਏ ਮਰਦ ਨਾਲ ਬੋਲਣਾ ਨਹੀਂ ਤੇ ਦੂਸਰਾ ਕਿਸੇ ਮਰਦ ਦਾ ਜੂਠਾ ਨਹੀਂ ਖਾਣਾ। ਸਬੱਬ ਨਾਲ ਪੰਡਤ ਦੀ ਪੰਡਤਾਇਨ ਨੂੰ ਘਰ ਦਾ ਬਹੁਤ ਕੰਮ ਕਰਨਾ ਪੈਂਦਾ ਸੀ। ਉਸ ਨੂੰ ਪੂਜਾ ਪਾਠ ਦਾ ਵੇਲ ਨਹੀਂ ਸੀ ਮਿਲਦਾ। ਇਸ ਵਾਸਤੇ ਪੰਡਤ ਨੇ ਹਾਂ ਕਰ ਦਿੱਤੀ। 500 ਮੋਹਰਾਂ ਦੇ ਦਿੱਤੀਆਂ। ਰਾਣੀ ਤੇ ਬੱਚੇ ਨੂੰ ਨਾਲ ਲੈ ਕੇ ਪੰਡਤ ਆਪਣੇ ਘਰ ਨੂੰ ਤੁਰ ਪਿਆ। ਰਾਜਾ ਅਜੇ ਉੱਥੇ ਖਲੋਤਾ ਦਲੀਲਾਂ ਹੀ ਕਰ ਰਿਹਾ ਸੀ ਕਿ ਬ੍ਰਾਹਮਣ ਰੂਪ ਵਿਸ਼ਵਾਮਿੱਤਰ ਵੀ ਉੱਥੇ ਆ ਨਿਕਲਿਆ। ਆਉਂਦਿਆਂ ਹੀ ਉਸਨੇ ਰੋਹਬ ਨਾਲ ਪੁੱਛਿਆ, ਹਰੀ ਚੰਦ, ਦਛਣਾ? ਰਾਜੇ ਹਰੀ ਚੰਦ ਨੇ 500 ਮੋਹਰਾਂ ਢੇਰੀ ਕਰਕੇ ਆਖਿਆ, ਇਹ ਲਵੋ ਅੱਧੀ ਦਛਣਾ, ਅੱਧੀ ਮੈਂ ਛੇਤੀ ਹੀ ਦੇ ਦੇਵਾਂਗਾ। ਛੇਤੀ ਕਦੋਂ? ਦਿਨ ਤਾਂ 2 ਰਹਿ ਗਏ ਹਨ। ਐਵੇਂ ਲਾਰਿਆਂ ਵਿੱਚ ਟਰਕਾਈ ਜਾਂਦਾ ਹੈ। ਇਹ ਬਹੁਤ ਬੁਰੀ ਗੱਲ ਹੈ। ਦੇਖ ਲੈ, 2 ਦਿਨਾਂ ਤੋਂ ਪਿੱਛੋਂ ਆਖਣਾ ਸ਼ੁਰੂ ਕਰ ਦੇਣਾ ਹੈ ਕਿ ਹਰੀ ਚੰਦ ਝੂਠਾ ਹੈ। ਰਤਾ ਸੋਚ ਲਵੋ। ਬ੍ਰਾਹਮਣ ਰੂਪ ਵਿਸ਼ਵਾਮਿੱਤਰ ਦਾ ਕਹਿਣਾ ਸੀ, ਸੋਚ ਲਿਆ, ਬਹੁਤ ਕੁਝ ਸੋਚ ਲਿਆ ਮਹਾਰਾਜ, ਜ਼ਰੂਰ ਭਗਵਾਨ ਕਿਰਪਾ ਕਰੇਗਾ, ਮੈਂ ਵਿਕ ਜਾਵਾਂਗਾ। ਹਰੀ ਚੰਦ ਨੇ ਆਖਿਆ ਤੇ ਅੱਗੇ ਤੁਰ ਗਿਆ। ਮੈਨੂੰ ਕੋਈ ਖਰੀਦ ਲਵੇ, ਮੈਨੂੰ ਕੋਈ ਖਰੀਦ ਲਵੇ। ਇਹ ਹੋਕਾ ਦਿੰਦਾ ਹੋਇਆ ਹਰੀ ਚੰਦ ਅੱਗੇ ਅੱਗੇ ਜਾ ਰਿਹਾ ਸੀ। ਬ੍ਰਾਹਮਣ ਰੂਪ ਵਿਸ਼ਵਾਮਿੱਤਰ ਵੀ ਕੌਤਵ ਦੇਖਣ ਵਾਸਤੇ ਪਰਛਾਵਾਂ ਰੂਪ ਹੋ ਕੇ ਨਾਲ ਨਾਲ ਫਿਰਦਾ ਸੀ। ਸਬੱਬ ਨਾਲ ਕਾਲੂ ਆ ਗਿਆ। ਕਾਲੂ ਚੰਡਾਲ ਸੀ। ਉਹ ਮਸਾਣਾ ਵਿੱਚ ਰਹਿੰਦਾ ਤੇ ਮੁਰਦੇ ਫੂਕਣ ਦਾ ਮਾਮਲਾ ਕਰਦਾ ਸੀ, ਲੈਂਦਾ ਸੀ, ਜੋ ਅੱਧੇ ਕਫਨ ਦੀ ਕੀਮਤ ਤੁੱਲ ਹੁੰਦਾ ਸੀ। ਉਸ ਕਾਲੂ ਨੇ ਪੁੱਛਿਆ, ਤੇਰੀ ਕੀ ਕੀਮਤ ਹੈ? ਹਰੀ ਚੰਦ ਨੇ ਉੱਤਰ ਦਿੱਤਾ, 500 ਮੋਹਰ ਸਿਰਫ। ਅੱਛਾ, ਮਸਾਣਾ ਵਿੱਚ ਰਾਤ ਦਿਨੇ ਰਹਿਣਾ ਪਵੇਗਾ। ਜੇ ਕੋਈ ਮੁਰਦਾ ਫੂਕਣ ਆਵੇ, ਉਸ ਕੋਲੋਂ ਮਾਮਲਾ ਲੈਣਾ ਹੋਵੇਗਾ। ਕੀ ਇਹ ਧਰਮ ਪਾਲ ਲਵੇਂਗਾ? ਜ਼ਰੂਰ, ਮਾਲਕ ਦੇ ਦੱਸੇ ਕੰਮਾਂ ਨੂੰ ਆਪਾ ਵਾਰ ਕੇ ਕਰਾਂਗਾ। ਹਰੀ ਚੰਦ ਨੇ ਇਹ ਉੱਤਰ ਦਿੱਤਾ। ਬ੍ਰਾਹਮਣ ਰੂਪ ਵਿਸ਼ਵਾਮਿੱਤਰ ਕੋਲ ਆ ਖਲੋਤਾ। ਉਸ ਨੇ ਕਾਲੂ ਕੋਲੋਂ 500 ਮੋਹਰਾਂ ਝੋਲੀ ਵਿੱਚ ਪਵਾਈਆਂ ਤੇ ਤੁਰਦਾ ਹੋਇਆ ਹਰੀ ਚੰਦ ਜੀ ਮਸਾਨਾ ਵਿੱਚ ਜਾ ਬੈਠੇ। ਹੁਣ ਇੰਦਰ ਤੇ ਵਿਸ਼ਵਾਮਿੱਤਰ ਨੇ ਹੋਰ ਘੋਰ ਪ੍ਰੀਖਿਆ ਕਰ ਲਈ। ਰਾਜੇ ਰਾਣੀ ਨੇ ਆਪਣੇ ਆਪ ਨੂੰ ਵੇਚ ਕੇ ਦਛਣਾ ਦਾ ਕਰਜ਼ਾ ਸਿਰੋਂ ਉਤਾਰ ਦਿੱਤਾ। ਹਰੀ ਚੰਦ ਹਨੇਰੀ ਤੇ ਡਰਾਉਣੀ ਸ਼ਮਸ਼ਾਨ ਭੂਮੀ ਵਿੱਚ ਰਾਤ ਨੂੰ ਸੋਟਾ ਫੜ ਕੇ ਪਹਿਰਾ ਦੇਣ ਲੱਗਾ। ਸੱਤ ਨਾ ਛੱਡਿਆ, ਉਹਨੇ ਸੱਚਾਈ ਨਹੀਂ ਛੱਡੀ। ਇੰਦਰ ਨੇ ਹੋਰ ਪ੍ਰੀਖਿਆ ਕਰਨੀ ਚਾਹੀ
ਤੱਛਕ ਸੱਪ ਦੇਵਤਾ ਨੂੰ ਪ੍ਰੇਰਨਾ ਕੀਤੀ ਕਿ ਉਹ ਛੇਤੀ ਜਾ ਕੇ ਹਰੀ ਚੰਦ ਦੇ ਪੁੱਤਰ ਰੋਹਿਤਾਸ ਨੂੰ ਡੰਗ ਮਾਰ ਕੇ ਮਾਰ ਦੇਵੇ। ਤੱਛਕ ਨੇ ਹੁਕਮ ਦੀ ਪਾਲਣਾ ਕੀਤੀ। ਤਰਕਾਲਾਂ ਨੂੰ ਰੋਹਿਤਾਸ ਨੂੰ ਡੰਗ ਮਾਰਿਆ। ਡੰਗ ਵੱਜਦੇ ਸਾਰ ਉਸਦੇ ਪ੍ਰਾਣ ਨਿਕਲ ਗਏ। ਉਹ ਇੱਕ ਲੋਥ ਬਣ ਗਿਆ। ਦੁਖੀ ਸ਼ਵਈਆ ਹੋਰ ਦੁਖੀ ਹੋਈ। ਉਸ ਦੀਆਂ ਆਹੀ ਵੀ ਨਾ ਨਿਕਲ ਸਕੀਆਂ। ਮੋਏ ਪੁੱਤ ਨੂੰ ਘੁੱਟ ਕੇ ਛਾਤੀ ਨਾਲ ਲਾ ਕੇ ਰੋਣ ਲੱਗ ਪਈ। ਕਦੀ ਚੱਕਰ ਆਉਂਦੇ, ਗਸ਼ਾਂ ਪੈਂਦੀਆਂ, ਪੁੱਤਰ ਆਸਰੇ ਉਹ ਦੁੱਖ ਦੇ ਦਿਨ ਕੱਟ ਰਹੀ। ਹੁਣ ਕੀ ਕਰੇ? ਉਸ ਨੂੰ ਅਜੇ ਇਹ ਵੀ ਪਤਾ ਨਹੀਂ ਸੀ ਕਿ ਲੱਗਾ ਕਿ ਉਸ ਦਾ ਪਤੀ ਹਰੀ ਚੰਦ ਕਿੱਥੇ ਹੈ। ਮੁਰਦੇ ਨੂੰ ਕੋਲ ਨਹੀਂ ਸੀ ਰੱਖ ਸਕਦੀ। ਪੁੱਤਰ ਦੇ ਕਫਨ ਵਾਸਤੇ ਕੋਲ ਕੱਚੀ ਕੌਡੀ ਨਹੀਂ ਸੀ। ਉਸ ਨੇ ਪੰਡਤਾਇਨ ਨੂੰ ਆਖਿਆ, ਮੇਰੇ ਪੁੱਤਰ ਵਾਸਤੇ ਕੋਰਾ ਕੱਪੜਾ ਦਿਓ, ਪਰ ਉਹਨਾਂ ਵੀ ਨਾ ਕਰ ਦਿੱਤੀ। ਧੋਤੀ ਦੇ ਇੱਕ ਪੱਲੇ ਵਿੱਚ ਵਲੇਟ ਕੇ ਮਸਾਨਾ ਨੂੰ ਤੁਰ ਪਈ। ਰਾਤ ਹਨੇਰੀ ਸੀ। ਹੱਥ ਪਸਾਰਿਆ ਨਜ਼ਰ ਨਹੀਂ ਸੀ ਆਉਂਦਾ। ਇਕੱਲੀ ਤੁਰ ਗਈ। ਅੱਗੇ ਮੁਰਦਾ ਸੜ ਰਿਹਾ ਸੀ। ਉਸ ਦੀ ਲੋਅ ਦੂਰੋਂ ਦਿਸੀ। ਲੋਅ ਆਸਰੇ ਮਸਾਣਾ ਨੂੰ ਤੁਰੀ ਗਈ। ਮਸਾਣਾ ਦੇ ਲਾਗੇ ਉਸ ਦੀਆਂ ਚੀਕਾਂ ਨਿਕਲ ਗਈਆਂ। ਉਸ ਦੀਆਂ ਚੀਕਾਂ ਜਦੋਂ ਹਰੀ ਚੰਦ ਨੇ ਸੁਣੀਆਂ ਤਾਂ ਘਬਰਾ ਕੇ ਮਸਾਣਾ ਦੇ ਫਾਟਕ ਵੱਲ ਹੋਇਆ। ਬੂਹੇ ਅੱਗੇ ਪਹੁੰਚਾ ਤਾਂ ਉਧਰੋਂ ਰਾਣੀ ਫਾਟਕ ਕੋਲ ਪਹੁੰਚ ਗਈ। ਰਾਜੇ ਨੇ ਰਾਣੀ ਨੂੰ ਪਛਾਣ ਲਿਆ ਤੇ ਰਾਣੀ ਰਾਜੇ ਨੂੰ ਜਾਣ ਗਈ। ਦੋਹਾਂ ਦੇ ਵਿਚਾਲੇ ਉਹਨਾਂ ਦਾ ਲੜਕਾ ਰੋਹਿਤਾਸ ਮੁਰਦੇ ਦੀ ਸ਼ਕਲ ਵਿੱਚ ਸੀ। ਇੱਕ ਦੂਸਰੇ ਨੂੰ ਮੰਦੜੇ ਹਾਲ ਦੇਖ ਕੇ ਦੋਹਾਂ ਦੇ ਦਿਲ ਪਾਟ ਗਏ। ਧਾਹੀ ਨਿਕਲ ਗਈਆਂ। ਧੀਰਜ ਕਰਕੇ ਰਾਣੀ ਆਖਣ ਲੱਗੀ, ਇਸ ਦਾ ਸੰਸਕਾਰ ਕਰਨਾ ਹੈ। ਰਾਜੇ ਦਾ ਲੜਕਾ ਅੱਜ ਬਿਨਾਂ ਕਫਨ ਤੋਂ ਜਾ ਰਿਹਾ ਹੈ। ਜੇ ਇਸਨੇ ਮਰਨਾ ਹੀ ਸੀ ਤਾਂ ਪਹਿਲਾਂ ਮਰ ਜਾਂਦਾ। ਚੰਦਨ ਦੀ ਚਿਖਾ ਵਿੱਚ ਸੰਸਕਾਰ ਕਰਦੀ। ਹਰੀ ਚੰਦ ਹੁਸ਼ਿਆਰ ਹੋ ਗਿਆ। ਉਸ ਨੂੰ ਆਪਣੇ ਮਾਲਕ ਚੰਡਾਲ ਕਾਲੂ ਦਾ ਹੁਕਮ ਚੇਤੇ ਆਇਆ। ਉਸ ਨੇ ਹੌਸਲੇ ਨਾਲ ਪੱਥਰ ਛਾਤੀ ਉੱਤੇ ਰੱਖ ਕੇ ਰਾਣੀ ਨੂੰ ਆਖਿਆ, ਇਸ ਮੁਰਦੇ ਨੂੰ ਇਸ ਸ਼ਮਸ਼ਾਨ ਭੂਮੀ ਵਿੱਚ ਸਾੜਨ ਤੋਂ ਪਹਿਲਾਂ ਤੈਨੂੰ ਅੱਧੇ ਕਫਨ ਦਾ ਮੁੱਲ ਕਰੂ ਦੇਣਾ ਪਵੇਗਾ। ਜੇ ਇਹ ਨਹੀਂ ਤਾਂ ਸੰਸਕਾਰ ਨਹੀਂ ਹੋ ਸਕਦਾ। ਰਾਣੀ ਧਾਹੀ ਮਾਰ ਕੇ ਬੋਲੀ, ਹੇ ਪ੍ਰਭੂ, ਇਹ ਤੇਰਾ ਲੜਕਾ ਹੈ। ਆਪਣੇ ਲੜਕੇ ਬਦਲੇ ਤਾਂ ਤਰਸ ਕਰੋ। ਇੰਨੇ ਸੜਦੇ ਮੁਰਦਿਆਂ ਵਿੱਚ ਇਸ ਦਾ ਸੰਸਕਾਰ ਹੋ ਜਾਵੇਗਾ ਤਾਂ ਕੀ ਘਾਟਾ ਪੈਂਦਾ ਹੈ। ਮੈਂ ਦੁਖੀਆ ਅਤੇ ਕੰਗਾਲਣ ਕਰੂ ਦੇਣ ਦੇ ਅਸਮਰਥ ਹਾਂ। ਮੇਰੇ ਤੇ ਮਿਹਰ ਕਰੋ, ਦਇਆ ਕਰੋ। ਭਗਵਾਨ ਦੇ ਨਾਮ ਉੱਤੇ ਪ੍ਰਭੂ ਦਇਆ ਕਰੋ। ਹਰੀ ਚੰਦ ਸ਼ਵਈਆ, ਤੂੰ ਸੋਚ ਰਤਾ ਸੋਚ। ਸੱਚ ਬਦਲੇ ਇਹ ਦਿਨ ਅਸਾਂ ਉੱਪਰ ਆਏ। ਭਗਵਾਨ ਪ੍ਰੀਖਿਆ ਕਰ ਰਿਹਾ ਹੈ। ਅੱਜ ਲੜਕੇ ਬਦਲੇ ਸੱਚ ਨੂੰ ਛੱਡ ਦਿਆਂ, ਇਹ ਕਦੇ ਨਹੀਂ ਹੋ ਸਕਦਾ। ਮੈਂ ਹਰੀ ਚੰਦ ਰਾਜਾ ਨਹੀਂ, ਸਗੋਂ ਚੰਡਾਲ ਕਾਲੂ ਦਾ ਸੇਵਕ ਹਾਂ। ਮੇਰਾ ਧਰਮ ਹੈ ਮਾਲਕ ਦੇ ਦੱਸੇ ਕੰਮ ਨੂੰ ਕਰਨਾ। ਜੇ ਕਫਨ ਦਾ ਅੱਧ ਲਏ ਬਿਨਾਂ ਤੈਨੂੰ ਲੜਕੇ ਦਾ ਸੰਸਕਾਰ ਕਰਨ ਦੇਵਾਂ ਤਾਂ ਮਾਲਕ ਵੱਲੋਂ ਝੂਠਾ ਹੋ ਜਾਵਾਂਗਾ। ਭਗਵਾਨ ਦੇਖਦਾ ਹੈ, ਉਹ ਰਾਤ ਦੇ ਹਨੇਰੇ ਵਿੱਚ ਵੀ ਵੇਖਦਾ ਹੈ। ਹੇ ਸਤਵੰਤੀ ਦੇਵੀ, ਕੀ ਤੂੰ ਚਾਹੁੰਦੀ ਹੈ ਕਿ ਤੇਰਾ ਪਤੀ ਧਰਮ ਤੇ ਸੱਤ ਤੋਂ ਡਿੱਗ ਪਵੇ? ਕੀ ਤੂੰ ਪਤੀ ਨੂੰ ਨਰਕਾਂ ਦਾ ਅਧਿਕਾਰੀ ਦੇਖ ਕੇ ਖੁਸ਼ ਹੋਵੇਂਗੀ? ਮਸਾਨ ਭੂਮੀ ਤੋਂ ਬਾਹਰ ਰਹੋ। ਤੇਰੇ ਲੜਕੇ ਦਾ ਸੰਸਕਾਰ ਨਹੀਂ ਹੋ ਸਕਦਾ, ਨਹੀਂ ਹੋ ਸਕਦਾ। ਪਿਛਲੇ ਸ਼ਬਦ ਹਰੀ ਚੰਦ ਨੇ ਇੰਨੇ ਗੁੱਸੇ ਤੇ ਕ੍ਰੋਧ ਨਾਲ ਬੋਲੇ ਕਿ ਮਸਾਨ ਭੂਮੀ ਗੂੰਜ ਉੱਠੀ। ਇੰਦਰ ਤੇ ਵਿਸ਼ਵਾਮਿੱਤਰ ਦਾ ਦਿਲ ਦਹਿਲ ਗਿਆ। ਉਹਨਾਂ ਦੀਆਂ ਅੱਖਾਂ ਵਿੱਚ ਜਲ ਆ ਗਿਆ। ਸੱਚਮੁੱਚ ਹਰੀ ਚੰਦ ਸੱਤਵਾਦੀ ਹੈ, ਪਰ ਪਾਪੀ ਪਾਪ ਕਰਨ ਤੋਂ ਛੇਤੀ ਨਹੀਂ ਮੁੜਦੇ। ਮੱਛੀ ਵਾਂਗ ਅਗਲੇ ਕਿਨਾਰੇ ਨਾਲ ਟੱਕਰ ਖਾ ਕੇ ਪਿੱਛੇ ਮੁੜਦੇ ਹਨ। ਉੱਪਰਲੇ ਸ਼ਬਦ ਨਾਲ ਗਰਜਵੀਂ ਆਵਾਜ਼ ਬੋਲ ਕੇ ਹਰੀ ਚੰਦ ਫਾਟਕ ਬੰਦ ਕਰਕੇ ਸ਼ਮਸ਼ਾਨ ਭੂਮੀ ਵਿਚਾਲੇ ਜਾ ਖਲੋਤਾ। ਰਾਣੀ ਕੋਲੋਂ ਦੂਰ ਹਟ ਗਿਆ। ਮਮਤਾ ਦੀ ਮਾਰੀ ਰਾਣੀ ਹੈਰਾਨ ਸੀ ਕਿ ਭਗਵਾਨ ਕੀ ਚੋਜ ਕਰ ਰਿਹਾ ਹੈ। ਉਸ ਦਾ ਪਤੀ ਰੋਹਿਤਾਸ ਦਾ ਬਾਪ ਸ਼ਮਸ਼ਾਨ ਭੂਮੀ ਦਾ ਮਾਲਕ, ਫਿਰ ਵੀ ਉਹ ਰੋਹਿਤਾਸ ਦੇ ਮੁਰਦੇ ਦਾ ਸੰਸਕਾਰ ਨਹੀਂ ਕਰ ਸਕਦੀ। ਪੁੱਤਰ ਦੇ ਮੁਰਦੇ ਨੂੰ ਗੋਦ ਵਿੱਚ ਲੈ ਕੇ ਉਹ ਮਸਾਨਾ ਤੋਂ ਹਟਵੀਂ ਬੈਠ ਗਈ। ਸੋਚਾਂ ਵਿੱਚ ਬੈਠੀ ਦੀਆਂ ਅੱਖਾਂ ਸਿੱਲ ਗਈਆਂ। ਅੱਖਾਂ ਮਿਲਣ ਦੇ ਨਾਲ ਉਸ ਦੇ ਦੁੱਖਾਂ ਵਿੱਚ ਹੋਰ ਵਾਧਾ ਹੋ ਗਿਆ। ਚੋਰ ਰਾਜੇ ਦੇ ਘਰੋਂ ਚੋਰੀ ਕਰਕੇ ਆਏ। ਉਹਨਾਂ ਨੂੰ ਬਹੁਤ ਸਾਰਾ ਮਾਲ ਹੱਥ ਲੱਗਾ। ਉਹਨਾਂ ਨੇ ਸੁੱਖਣਾ ਸੁੱਖੀ ਹੋਈ ਸੀ ਕਿ ਜਦੋਂ ਮਸਾਨ ਘਾਟ ਦੇ ਕੋਲੋਂ ਦੀ ਲੰਘਣ ਲੱਗੇ ਤਾਂ ਉਹਨਾਂ ਦੀ ਨਿਗਾਹ ਸ਼ਵਈਆ 'ਤੇ ਪਈ। ਇਹ ਇੱਕ ਹਾਰ ਸ਼ਵਈਆ ਦੇ ਗਲ ਪਾ ਕੇ ਅੱਗੇ ਤੁਰ ਗਏ। ਸ਼ਵਈਆ ਨੂੰ ਕੋਈ ਪਤਾ ਨਹੀਂ ਸੀ ਕਿ ਰਾਤ ਲੰਘ ਗਈ, ਸਵੇਰ ਹੋਈ।
ਰਾਜੇ ਦੀ ਚੋਰੀ ਦੀ ਪੜਤਾਲ ਤੇ ਭਾਲ ਕਰਨ ਵਾਸਤੇ ਰਾਜ ਸਿਪਾਹੀ ਨਿਕਲੇ। ਇੱਕ ਟੋਲੀ ਫਿਰਦੀ ਫਰਾਂਦੀ ਉਸ ਅਸਥਾਨ ਤੇ ਆ ਪੁੱਜੀ ਜਿੱਥੇ ਸਵਈਆ ਬੈਠੀ ਸੀ। ਉਸ ਦੇ ਗਲ ਹਾਰ ਪਿਆ ਵੇਖ ਕੇ ਉਹਨਾਂ ਨੇ ਉਸ ਨੂੰ ਪਕੜ ਲਿਆ। ਪੁੱਛਣ ਲੱਗੇ, ਦੱਸ ਨਾਲ ਦੇ ਕਿੱਥੇ ਹਨ? ਰਾਣੀ ਸਵਈਆ ਇਹ ਸੁਣ ਕੇ ਬਹੁਤ ਹੈਰਾਨ ਹੋਈ। ਜਿਵੇਂ ਹਰ ਚੀਜ਼ ਦੀ ਬਹੁਲਤਾ ਆਪਣਾ ਅਸਰ ਘਟਾ ਲੈਂਦੀ ਹੈ, ਤਿਵੇਂ ਦੁੱਖ ਤੇ ਦੁੱਖ ਪੈਣ ਨਾਲ ਰਾਣੀ ਦਾ ਦਿਲ ਇੰਨਾ ਪੱਥਰ ਹੋ ਗਿਆ ਕਿ ਉਸ ਨੂੰ ਦੁੱਖ ਅਨੁਭਵ ਹੋਣੇ ਹੀ ਹਟ ਗਏ। ਉਸ ਦੇ ਨੈਣਾਂ ਵਿੱਚੋਂ ਜਲ ਸੁੱਕ ਗਿਆ, ਭੁੱਖ ਮਰ ਗਈ। ਉਸ ਹੈਰਾਨ ਜਹੀ ਹੋਈ ਨੇ ਉੱਤਰ ਦਿੱਤਾ, ਮੈਨੂੰ ਕੁਝ ਪਤਾ ਨਹੀਂ। ਮੈਂ ਤਾਂ ਲੜਕੇ ਦਾ ਮੁਰਦਾ ਗੋਦ ਲੈ ਕੇ ਬੈਠੀ ਸੀ। ਮੇਰੇ ਗਲ ਹਾਰ ਕਿੱਥੋਂ ਆਇਆ ਹੈ? ਕੌਣ ਗਲ ਪਾ ਗਿਆ? ਮੈਨੂੰ ਕੋਈ ਗਿਆਨ ਨਹੀਂ। ਪ੍ਰਭੂ ਵਾਸਤੇ ਮੈਂ ਅੱਗੇ ਹੀ ਦੁਖੀ ਹਾਂ, ਹੋਰ ਪਰੇਸ਼ਾਨ ਨਾ ਕਰੋ। ਰਾਣੀ ਦੇ ਦਿੱਤੇ ਉੱਤਰ ਨਾਲ ਰਾਜਦੂਤਾਂ ਦੀ ਤਸੱਲੀ ਨਾ ਹੋਈ। ਉਹਨਾਂ ਨੇ ਰਾਣੀ ਨੂੰ ਪਕੜ ਲਿਆ। ਰੋਹਿਤਾਸ ਦਾ ਮੁਰਦਾ ਨੰਗਾ ਹੀ ਧਰਤੀ ਉੱਤੇ ਰੱਖ ਕੇ ਰਾਣੀ ਨੂੰ ਨਾਲ ਲੈ ਤੁਰ ਗਏ। ਜਾਂ ਰਾਜੇ ਦੇ ਪੇਸ਼ ਕੀਤਾ। ਰਾਜੇ ਨੇ ਬਿਨਾਂ ਮੁਕੱਦਮਾ ਸੁਣਨ ਦੇ ਕਤਲ ਦਾ ਹੁਕਮ ਦੇ ਦਿੱਤਾ। ਉਸ ਵੇਲੇ ਦਾ ਰਿਵਾਜ਼ ਹੁੰਦਾ ਸੀ ਕਿ ਕਿਸੇ ਨੂੰ ਕਤਲ ਕਰਨਾ ਹੋਵੇ, ਉਹ ਸ਼ਮਸ਼ਾਨ ਭੂਮੀ ਦਾ ਚੰਡਾਲ ਜਾਂ ਉਸ ਦਾ ਸੇਵਕ ਕਤਲ ਕਰਦਾ ਸੀ। ਸੰਗਤ ਜੀ, ਸੱਚੇ ਬੰਦੇ ਦੀ ਪ੍ਰੀਖਿਆ ਹੁੰਦੀ, ਪਰ ਅਖੀਰ ਦੇ ਵਿੱਚ ਉਹਦਾ ਹੀ ਬੋਲਬਾਲਾ ਹੁੰਦਾ। ਰਾਜੇ ਨੇ ਰਾਣੀ ਨੂੰ ਕਤਲ ਕਰਨ ਦਾ ਹੁਕਮ ਦੇ ਦਿੱਤਾ। ਰਾਜਦੂਤ ਸਿਪਾਹੀ ਰਾਣੀ ਨੂੰ ਸ਼ਮਸ਼ਾਨ ਭੂਮੀ ਵਿੱਚ ਲੈ ਆਏ। ਉਸ ਦਿਨ ਕਾਲੂ ਕਿਤੇ ਬਾਹਰ ਗਿਆ ਹੋਇਆ ਸੀ। ਉਸ ਦਿਨ ਕਤਲ ਦਾ ਕੰਮ ਵੀ ਹਰੀ ਚੰਦ ਨੂੰ ਹੀ ਕਰਨਾ ਪੈਣਾ ਸੀ। ਦੋਸ਼ੀਆਂ ਦੇ ਰੂਪ ਵਿੱਚ ਰਾਣੀ ਸ਼ਮਸ਼ਾਨ ਭੂਮੀ ਵਿੱਚ ਪੁੱਜ ਗਈ। ਉਸ ਨੇ ਦੇਖਿਆ ਉਸ ਦੇ ਪੁੱਤਰ ਦਾ ਮੁਰਦਾ ਅਜੇ ਉੱਥੇ ਹੀ ਪਿਆ ਹੈ ਜਿੱਥੇ ਉਹ ਰੱਖ ਗਈ ਸੀ। ਉਸ ਉੱਤੇ ਮੱਖੀਆਂ ਬੈਠੀਆਂ ਹੋਈਆਂ ਸਨ। ਉਹ ਸੜ ਰਿਹਾ ਸੀ। ਰਾਣੀ ਅੱਗੇ ਹੋਈ, ਉਸ ਦੀਆਂ ਅੱਖਾਂ ਨੀਵੀਆਂ ਰਹੀਆਂ। ਉਹ ਹਰੀ ਚੰਦ ਵੱਲ ਨਾ ਵੇਖ ਸਕੀ, ਧਰਤੀ ਵੱਲ ਦੇਖੀ ਜਾਂਦੀ ਸੀ। ਰਾਜਾ ਹਰੀ ਚੰਦ ਦਿਲ ਤਕੜਾ ਕਰਕੇ ਮਾਲਕ ਦੇ ਹੁਕਮ ਦੀ ਪਾਲਣਾ ਕਰਨ ਵਾਸਤੇ ਤਿਆਰ ਸੀ। ਉਸ ਨੇ ਤਲਵਾਰ ਦੀ ਧਾਰ ਤਿੱਖੀ ਕੀਤੀ। ਉਹ ਸਮਾਂ ਆ ਗਿਆ ਸੀ ਜਦੋਂ ਵਾਰ ਕਰਨਾ ਸੀ, ਆਪਣੀ ਰਾਣੀ ਦਾ ਸਿਰ ਆਪ ਵੱਢਣਾ ਸੀ। ਸੱਤਿਆਵਾਦੀ ਰਾਜਾ ਨਹੀਂ ਘਬਰਾਇਆ। ਰਾਣੀ ਸਵਈਆ ਨੂੰ ਆਖਿਆ ਗਿਆ, ਸਿਰ ਨੀਵਾਂ ਕਰਕੇ ਖਲੋ ਜਾ। ਉਸ ਨੇ ਉਸੇ ਤਰ੍ਹਾਂ ਕੀਤਾ। ਰਾਜਾ ਹਰੀ ਚੰਦ ਕਤਲ ਕਰਨ ਵਾਸਤੇ ਅੱਗੇ ਵਧਿਆ। ਉਸਨੇ ਉੱਪਰ ਹੱਥ ਕੀਤਾ। ਜਦੋਂ ਤਲਵਾਰ ਨੂੰ ਹੇਠਾਂ ਲਿਆਉਣ ਲੱਗਾ ਤਾਂ ਕਿਸੇ ਗੈਬੀ ਸ਼ਕਤੀ ਨੇ ਉਸ ਦਾ ਹੱਥ ਫੜ ਲਿਆ। ਉਹ ਤਲਵਾਰ ਦਾ ਵਾਰ ਨਾ ਕਰ ਸਕਿਆ। ਜਾਂ ਉਸਨੇ ਪਿੱਛੇ ਮੁੜ ਕੇ ਦੇਖਿਆ ਤਾਂ ਸਾਰੀ ਸ਼ਮਸ਼ਾਨ ਭੂਮੀ ਵਿੱਚ ਗੁਲਾਬ, ਚਮੇਲੀ ਤੇ ਗੇਂਦੇ ਦੇ ਫੁੱਲਾਂ ਦੀਆਂ ਪੱਤੀਆਂ ਦੀ ਵਰਖਾ ਹੋ ਰਹੀ ਸੀ। ਉਸ ਦੇ ਹੱਥੋਂ ਤਲਵਾਰ ਡਿੱਗ ਪਈ। ਉਸ ਦੇ ਹੱਥ ਜੁੜ ਗਏ, ਗੋਡੇ ਨਿਉ ਗਏ। ਉਹ ਪ੍ਰਣਾਮ ਕਰਨ ਲੱਗ ਪਿਆ ਕਿਉਂਕਿ ਉਸ ਦੇ ਅੱਗੇ ਭਗਵਾਨ ਪ੍ਰਗਟ ਹੋ ਕੇ ਖਲੋਤੇ ਸੀ। ਭਗਵਾਨ ਦੇ ਪਿੱਛੇ ਇੰਦਰ, ਵਿਸ਼ਵਾਮਿੱਤਰ ਤੇ ਨਾਰਦ ਖਲੋਤੇ ਸਨ। ਰਾਣੀ ਨੇ ਪ੍ਰਣਾਮ ਕੀਤਾ। ਪ੍ਰਭੂ ਖੁਸ਼ ਹੋ ਗਏ। ਪ੍ਰਭੂ ਨੇ ਆਖਿਆ, ਸੱਤਿਆਵਾਦੀ ਰਾਜਾ ਹਰੀ ਚੰਦ, ਤੈਨੂੰ ਪਰਖ ਲਿਆ ਹੈ। ਮੈਂ ਖੁਸ਼ ਹਾਂ। ਜੋ ਮੰਗਣਾ ਹੈ ਮੰਗ ਲੈ। ਅੱਗੋਂ ਰਾਜੇ ਹਰੀ ਚੰਦ ਨੇ ਆਖਿਆ, ਮੈਂ ਕੁਝ ਨਹੀਂ ਮੰਗਣਾ, ਆਪ ਦਾ ਦਿੱਤਾ ਬਹੁਤ ਕੁਝ ਹੈ। ਭਗਵਾਨ ਨੇ ਮੁੜ ਤੀਸਰੀ ਵਾਰ ਆਖਿਆ। ਜਦੋਂ ਤੀਸਰੀ ਵਾਰ ਆਖਿਆ ਤਾਂ ਹਰੀ ਚੰਦ ਨੇ ਕਿਹਾ, ਮੈਂ ਨਗਰੀ ਤੇ ਨਗਰੀ ਵਿੱਚ ਰਹਿਣ ਵਾਲੇ ਜੀਵਾਂ ਸਮੇਤ ਦੇਵਲੋਕ ਨੂੰ ਜਾਵਾਂ, ਤੇਰੇ ਚਰਨਾਂ ਵਿੱਚ ਰਹਾਂ। ਇਸ ਤੋਂ ਵੱਧ ਕੋਈ ਇੱਛਾ ਨਹੀਂ। ਭਗਵਾਨ ਨੇ ਖੁਸ਼ ਹੋ ਕੇ ਇਹੋ ਵਰ ਦੇ ਦਿੱਤਾ। ਰੋਹਿਤਾਸ ਵੀ ਜਿਉ ਪਿਆ। ਅਸਲੀ ਚੋਰ ਫੜੇ ਗਏ। ਰਾਜੇ ਤੇ ਰਾਣੀ ਦਾ ਵੀ ਦੋਸ਼ क्षमा कर दिता गया, खेमा कर दिता गया। प्रभु की किरपा नाल सारे कारज रास हो गए। इंद्र ते विश्वामित्र ने दिते दुखड़ियां तो दी भुल मनी ते माफ़ी मंगी, खेमा चाही। भगवान ने अपनी शक्ति नाल हरीचंद शवैया ते रोहितास नूं उन्हां दे राजनगर विच पहुंचा दिता। तिन्हां दे मुड़ आउण ते सारी प्रजा ने खुशियां मनाईयां। हुण संगत जी जदों भगवान कोलों वर लै लिया ते फिर जदों राजा बैकुंठ नूं गया, इस नूं भाई गुरदास जी फरमाउंदे हन, हरी चंद्योर चित भ्रम सखिए मृग तृष्णा द्रम छाया। चंचल संग ना चालती सखिए अंत तज जावत माया। शांति ते सुख नाल कई साल राज करन पिछों सत्यावादी राजा हरी चंद बैकुंठ धाम नूं जाण लगा तां भगवान दे दिते वार अनुसार उसदी सारी नगरी बैकुंठ धाम नूं चली गई। जदों अध विच पहुंचे तां खोता हींग पिया, क्योंकि पशु पंछी भी साथ जा रहे सन। खोते दा हींगणा सुन के सत्यावादी राजे नूं हंकार हो गया। प्रभु नूं हंकार
ਰਾਏ ਜਿੰਨਾ ਨਹੀਂ ਭਾਉਂਦਾ। ਉਸ ਵੇਲੇ ਨਗਰ ਉੱਪਰ ਜਣੋਂ ਖਲੋ ਗਈ। ਆਖਦੇ ਨੇ ਅੱਜ ਤੱਕ ਉਹ ਨਗਰੀ ਅਸਮਾਨਾਂ ਵਿੱਚ ਘੁੰਮਦੀ ਫਿਰਦੀ ਰਹਿੰਦੀ ਹੈ, ਨਾ ਹੇਠਾਂ ਆਉਂਦੀ ਹੈ ਨਾ ਉੱਪਰ। ਉਸ ਦਾ ਨਾਮ ਹਰੀ ਚੰਦਿਓਰੀ ਪਿਆ ਹੋਇਆ ਹੈ। ਜਿਸ ਤਰ੍ਹਾਂ ਉਹ ਹਰੀ ਚੰਦਿਓਰੀ ਹਵਾ ਤੇ ਸਮੇਂ ਦੇ ਠੱਕਿਆਂ ਨਾਲ ਇੱਧਰ ਉੱਧਰ ਫਿਰਦੀ ਰਹਿੰਦੀ ਹੈ, ਤਿਵੇਂ ਗੁਰੂ ਜੀ ਆਖਦੇ ਨੇ ਮਨੁੱਖ ਮਾਇਆ ਦੇ ਧੱਕਿਆਂ ਨਾਲ ਇੱਧਰ ਉੱਧਰ ਫਿਰਦਾ ਰਹਿੰਦਾ ਹੈ, ਪਰ ਅੰਤ ਦੀ ਵਾਰ ਮਾਇਆ ਇਸ ਦੇ ਸਾਥ ਨਹੀਂ ਜਾਂਦੀ। ਲਾਲਚ ਬਦਲੇ ਮਨੁੱਖ ਨੂੰ ਕਦੇ ਸੱਤ, ਸੱਚ ਤੇ ਧਰਮ ਹੱਥੋਂ ਨਹੀਂ ਗਵਾਉਣਾ ਚਾਹੀਦਾ। ਇਹੋ ਹੀ ਕਲਿਆਣ ਦਾ ਸਾਧਨ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।